ਦਾ ਪੱਥਰ ਰਾਜਿੰਦਰ ਸਿੰਘ ਸਹੋਤਾ ਵਿਦੇਸ਼ ਜਾ ਕੇ ਪੈਸੇ ਕਮਾਉਣ ਦੀ ਲਲਕ ਛੱਡ ਚੁੱਕਾ ਇਹ ਨੇਕ ਦਿਲ ਇਨਸਾਨ ਅੱਜ ਕੱਲ੍ਹ ਆਪਣੀ ਧਰਤੀ ਤੇ ਫਸਲੀ ਵਿਭਿੰਨਤਾ ਫੈਲਾਉਣ ਵਿੱਚ ਜੁਟਿਆ ਹੋਇਆ ਹੈ। ਜ਼ਿਲ੍ਹਾ ਲੁਧਿਆਣਾ ਦੇ ਮਾਛੀਵਾੜੇ ਲਾਗੇ ਪਿੰਡ ਹਾੜੀਆਂ ਦਾ ਅਗਾਂਹਵਧੂ ਕਿਸਾਨ ਰਾਜਿੰਦਰ ਸਿੰਘ ਸਹੋਤਾ ਪਹਿਲਾਂ ਕੈਨੇਡਾ ਵਿੱਚ ਸੈਟਲ ਸੀ, ਜਦੋਂ ਕਿ ਉਸ ਦਾ ਬਾਕੀ ਪਰਿਵਾਰ ਅੱਜ ਵੀ ਕੈਨੇਡਾ ਵਿੱਚ ਹੀ ਹੈ। ਪਰ ਸਹੋਤਾ ਦੇ ਮਨ ਵਿੱਚ ਆਪਣੀ ਮਿੱਟੀ ਪ੍ਰਤੀ ਉਬਾਲੇ ਮਾਰਦਾ ਪਿਆਰ ਆਖਰ ਉਸ ਨੂੰ ਸਰਜ਼ਮੀਨ ਤੇ ਖਿੱਚ ਹੀ ਲਿਆਇਆ। ਹੁਣ ਉਸਨੇ ਫੈਸਲਾ ਲਿਆ ਕਿ ਉਹ ਆਪਣੀ ਜ਼ਮੀਨ ਤੇ ਭਾਂਤ-ਭਾਂਤ ਦੀ ਖੇਤੀ ਕਰਕੇ ਜਗਤ ਜਨਨੀ ਨੂੰ ਫਸਲੀ ਰੰਗਾਂ ਦੇ ਨਾਲ ਸ਼ਿੰਗਾਰ ਦੇਵੇਗਾ। ਆਪਣੀ ਸੋਚ ਨੂੰ ਅੰਜਾਮ ਦੇਣ ਲਈ ਉਸਨੇ ਆਪਣੀ 12 ਏਕੜ ਜ਼ਮੀਨ ਤੇ ਖੇਤੀ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਉਹ 33 ਏਕੜ ਜ਼ਮੀਨ ਠੇਕੇ ਤੇ ਵੀ ਲੈਂਦਾ ਹੈ। ਕੁੱਲ ਮਿਲਾ ਕੇ 45 ਏਕੜ ਜ਼ਮੀਨ ਵਿੱਚੋਂ 25 ਏਕੜ ਜ਼ਮੀਨ ਤੇ ਉਹ ਪੋਪੂਲਰ ਵਿੱਚ ਦੂਜੀਆਂ ਫਸਲਾਂ ਬੀਜ ਰਿਹਾ ਹੈ। 5 ਸਾਲ ਬਾਅਦ ਉਸ ਨੂੰ ਪੋਪੂਲਰ ਤੋਂ 1 ਲੱਖ ਰੁਪਏ ਪ੍ਰਤੀ ਏਕੜ ਦੀ ਆਮਦਨ ਮਿਲੇਗੀ। ਸਹੀ ਮਾਇਨੇ ਵਿੱਚ ਵੇਖਿਆ ਜਾਵੇ ਤਾਂ ਸਹੋਤਾ ਇੱਕ ਬੀਜ ਉਤਪਾਦਕ ਹੈ, ਜੋ ਕਿ ਇਲਾਕੇ ਦੇ ਕਿਸਾਨਾਂ ਲਈ ਇੱਕ ਵਰਦਾਨ ਬਣਿਆ ਹੋਇਆ ਹੈ। ਫਸਲੀ ਵਿਭਿੰਨਤਾ ਨੂੰ ਅੰਜਾਮ ਦੇਣ ਲਈ ਉਸਨੇ ਦੂਜੇ ਕਿਸਾਨ ਭਰਾਵਾਂ ਨੂੰ ਵੀ ਕਣਕ ਝੋਨੇ ਤੋਂ ਹਟ ਕੇ ਤੇਲ ਬੀਜ ਵਾਲੀਆਂ ਫਸਲਾਂ ਉਗਾਉਣ ਲਈ ਪ੍ਰੇਰਿਤ ਕੀਤਾ ਹੈ। ਉਸ ਦੇ ਖੇਤ ਫਸਲੀ ਵਿਭਿੰਨਤਾ ਦਾ ਇੱਕ ਸੁੰਦਰ ਨਮੂਨਾ ਹਨ। ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਤੋਂ ਪਹਿਲਾਂ ਉਹ ਪੂਰੀ ਵਿਉਂਤਬੰਦੀ ਕਰਦਾ ਹੈ। ਆਪਣੀਆਂ ਜਿਨਸਾਂ ਤੇ ਬੀਜਾਂ ਨੂੰ ਕਿੱਥੇ ਤੇ ਕਿਵੇਂ ਵੇਚਣਾ ਹੈ, ਇਸ ਦੇ ਲਈ ਉਹ ਵੱਖ-ਵੱਖ ਕੰਪਨੀਆਂ ਨਾਲ ਇਕਰਾਰ ਕਰਕੇ ਚੱਲਦਾ ਹੈ। ਹੁਣ ਆਓ ਝਾਤ ਮਾਰੀਏ ਉਸ ਦੇ ਖੇਤਾਂ ਵੱਲ। ਇਹ ਉਬੜ-ਖਾਬੜ ਖੇਤ ਉਸਨੇ ਠੇਕੇ ਤੇ ਲਿਆ ਸੀ, ਜਿਸ ਨੂੰ ਵਾਹ ਕੇ ਪੱਧਰਾ ਕੀਤਾ ਗਿਆ ਹੈ। ਇਸ ਖੇਤ ਦੀ ਮਿੱਟੀ ਨਿਰੀ ਰੇਤਲੀ ਹੈ। ਖੇਤ ਵਿੱਚ ਗੰਨੇ ਦੀ ਬਿਜਾਈ ਸਮੇਂ ਪੌਦਿਆਂ ਦੇ ਵਿਚਕਾਰ ਲਾਈਨ ਤੋਂ ਲਾਈਨ ਦੀ ਦੂਰੀ 4 ਫੁੱਟ ਰੱਖੀ ਗਈ ਹੈ, ਜਦੋਂ ਕਿ ਪੌਦੇ ਤੋਂ ਪੌਦੇ ਦੀ ਦੂਰੀ 1.5 ਫੁੱਟ ਹੈ। ਵਿਚਕਾਰਲੀ 4 ਫੁੱਟ ਜਗ੍ਹਾ 'ਚ ਉਸਨੇ ਪਾਲਕ ਬੀਜਿਆ ਹੋਇਆ ਹੈ। ਪਾਲਕ ਨੂੰ ਵੇਚਣ ਦਾ ਇਕਰਾਰ ਫਤਿਹਗੜ੍ਹ ਸਾਹਿਬ ਵਿਖੇ ਪੈਗਰੋ ਕੰਪਨੀ ਨਾਲ 8 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੀਤਾ ਗਿਆ ਹੈ। ਇਸ ਸੀਜ਼ਨ ਵਿੱਚ ਉਸਨੇ ਕੁੱਲ ਮਿਲਾ ਕੇ 150 ਕੁਇੰਟਲ ਪਾਲਕ ਪੈਗਰੋ ਨੂੰ ਵੇਚ ਕੇ 1,20,000 ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਗੰਨੇ ਦੇ ਇਸ ਖੇਤ ਵਿੱਚ ਗੋਭੀ, ਗਾਜਰ, ਮੂਲੀਆਂ ਤੇ ਧਨੀਏ ਵਰਗੀਆਂ ਸਬਜ਼ੀਆਂ ਦੀ ਭਰਮਾਰ ਰਹੀ, ਜਦੋਂ ਕਿ ਸਰਦੀਆਂ ਦੇ ਸੀਜ਼ਨ ਵਿੱਚ ਸਬਜ਼ੀਆਂ ਵੇਚ ਕੇ ਉਸਨੇ 50,000 ਰੁਪਏ ਵੱਟੇ ਸਨ। ਸਹੋਤਾ ਨੇ 1 ਏਕੜ ਚੋਂ 400 ਕੁਇੰਟਲ ਦੇ ਲਗਭਗ ਗੰਨਾ ਪ੍ਰਾਪਤ ਕਰਕੇ 1,20,000 ਰੁਪਏ ਦੀ ਆਮਦਨ ਲਈ ਹੈ। ਹੁਣ ਇਸ ਖੇਤ ਵਿੱਚ ਪਾਲਕ ਦਾ ਬੀਜ ਤਿਆਰ ਹੈ। ਇਸ ਬੀਜ ਨੂੰ ਵੇਚਣ ਲਈ ਉਹ ਮੰਡੀਆਂ ਵਿੱਚ ਨਹੀਂ ਜਾਵੇਗਾ, ਬਲਕਿ ਇਸ ਲਈ ਉਸਨੇ ਪੈਗਰੋ ਕੰਪਨੀ ਨਾਲ 3500 ਰੁਪਏ ਪ੍ਰਤੀ ਕੁਇੰਟਲ ਦਾ ਇਕਰਾਰ ਕੀਤਾ ਹੋਇਆ ਹੈ। ਚਲੋ ਹੁਣ ਅੱਗੇ ਚੱਲਦੇ ਹਾਂ। ਉਸਨੇ ਖੇਤੀ ਵਿਭਾਗ ਦੀ ਰਾਏ ਮੰਨ ਕੇ 4 ਏਕੜ ਖੇਤ ਵਿੱਚ ਪੋਪੂਲਰ ਦੇ ਪੌਦਿਆਂ ਦੇ ਵਿਚਕਾਰ ਰੱਖੀ 20 ਫੁੱਟ ਖਾਲੀ ਜ਼ਮੀਨ ਤੇ ਪਿਆਜ਼ ਲਾਏ ਹੋਏ ਨੇ। ਪੈਗਰੋ ਉਸ ਦਾ ਪਿਆਜ਼ 8 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਦੀ ਹੈ, ਜਦੋਂ ਕਿ ਉਸ ਨੂੰ 1 ਏਕੜ ਚੋਂ 100 ਕੁਇੰਟਲ ਦੇ ਲਗਭਗ ਪਿਆਜ਼ ਦੀ ਪੈਦਾਵਾਰ ਮਿਲਦੀ ਹੈ। ਸਹੋਤਾ ਆਪਣੇ ਖੇਤਾਂ ਵਿੱਚ ਫਰਾਂਸ ਬੀਨ ਵੀ ਬੀਜਦਾ ਹੈ। ਇਸ ਦੇ ਮੰਡੀਕਰਨ ਲਈ ਉਸਨੇ ਏਅਰਟੈਲ ਕੰਪਨੀ ਨਾਲ ਇਕਰਾਰ ਕੀਤਾ ਹੋਇਆ ਹੈ, ਜੋ ਕਿ ਉਸ ਤੋਂ 26 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਫਰਾਂਸ ਬੀਨ ਖਰੀਦ ਕੇ ਐਕਸਪੋਰਟ ਕਰਦੀ ਹੈ। ਸਹੋਤਾ ਕਹਿੰਦਾ ਹੈ ਕਿ ਮਜ਼ਦੂਰਾਂ ਦੀ ਘਾਟ ਨੇ ਖੇਤੀ ਧੰਦਿਆਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਫਸਲੀ ਵਿਭਿੰਨਤਾ ਤਹਿਤ ਤੇਲ ਬੀਜ ਵਾਲੀਆਂ ਫਸਲਾਂ ਤੇ ਸਬਜ਼ੀਆਂ ਉਗਾਉਣ ਵਾਲੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੇ। ਜੇਕਰ ਹੋਰ ਕੁਝ ਨਹੀਂ ਤਾਂ ਨਰੇਗਾ ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹੀ ਕਿਸਾਨਾਂ ਵੱਲ ਘੱਲ ਦੇਵੇ। ਇਸ ਨਾਲ ਕਿਸਾਨ ਦਾ ਕੰਮ ਵੀ ਆਸਾਨ ਹੋ ਜਾਏਗਾ, ਪਰ ਮਜ਼ਦੂਰੀ ਦਾ 50% ਭੁਗਤਾਨ ਸਰਕਾਰ ਕਰੇ ਤਾਂ ਕਿਤੇ ਜਾ ਕੇ ਗੱਲ ਬਣੂਗੀ। ਸਹੋਤਾ ਦੇ ਖੇਤਾਂ ਵਿੱਚ 15 ਤੋਂ 20 ਮਜ਼ਦੂਰ ਹਮੇਸ਼ਾ ਹੀ ਕੰਮ ਲੱਗੇ ਰਹਿੰਦੇ ਹਨ। ਉਸਨੇ ਆਪਣੇ 4.5 ਏਕੜ ਖੇਤ ਵਿੱਚ ਪੋਪੂਲਰ ਦੇ ਵਿਚਕਾਰ ਗਾਜਰਾਂ ਬੀਜੀਆਂ ਹੋਈਆਂ ਨੇ। ਉਹ ਗਾਜਰਾਂ ਦਾ ਬੀਜ ਤਿਆਰ ਕਰਕੇ 11,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੋਲਡਨ ਸੀਡ ਕੰਪਨੀ ਨੂੰ ਵੇਚਦਾ ਹੈ। ਉਹ 1 ਏਕੜ ਖੇਤ ਚੋਂ 3.5 ਕੁਇੰਟਲ ਦੇ ਲਗਭਗ ਬੀਜ ਪ੍ਰਾਪਤ ਕਰ ਲੈਂਦਾ ਹੈ। ਜਦੋਂ ਮੈਂ ਇਹ ਖੇਤ ਨੂੰ ਸਟਾਰਟਿੰਗ ਕੀਤੀ ਆ ਧਾਨਾਂ ਤੋਂ ਬਾਅਦ ਪਿਛਲੇ ਸਾਲ, ਉਸ ਟਾਈਮ ਦੇ ਵਿੱਚ ਮੈਂ ਇਹਦੇ 'ਚ ਗੰਨਾ ਲਾਇਆ। ਗੰਨਾ ਲਾਉਣ ਦੇ ਨਾਲ ਨਾਲ ਹੀ
2 ਲਾਈਨਾਂ ਮੇਰੀਆਂ ਸਰੋਂ ਦੀਆਂ ਸੀ ਇਹਦੇ 'ਚ ਤੇ 3-3 ਲਾਈਨਾਂ ਮੇਰੀਆਂ ਉਹਦੇ ਵਿੱਚ ਗੈਪ ਦੇ ਕੇ ਆਪਣੇ ਮਟਰਾਂ ਦੀਆਂ ਸੀਗੀਆਂ। ਤੇ ਉਸ ਤੋਂ ਅੱਗੇ ਕੁਝ ਵੈਰਾਈਟੀਆਂ ਇਹਦੇ ਵਿੱਚ ਮੈਂ ਛੋਲੇ ਵੀ ਲਾਏ ਹੋਏ ਸੀ, ਮਸਰ ਸੀਗੇ, ਇਸ ਤਰ੍ਹਾਂ ਕਰਕੇ ਕਾਫੀ ਚੀਜ਼ਾਂ ਸੀ। ਹਾਲੀਓ ਸੀਗੀ ਤੇ ਅਲਸੀ ਵਗੈਰਾ, ਜੋ ਵੀ ਇਹ ਚੀਜ਼ਾਂ ਮੈਨੂੰ ਘਰੇਲੂ ਜ਼ਰੂਰਤ ਪੈਂਦੀ ਆ, ਇਹ ਸਾਰੀਆਂ ਮੈਂ ਥੋੜ੍ਹੀਆਂ 4-4 5-5 ਲਾਈਨਾਂ ਤਾਂ ਨਹੀਂ ਇਹਦੇ 'ਚ ਲਾਈਆਂ ਹੋਈਆਂ ਸੀਗੀਆਂ। ਉਹ ਫਸਲਾਂ ਮੇਰੀਆਂ ਬੜੀਆਂ ਵਧੀਆ ਰਹਿ ਗਈਆਂ ਨੇ। ਤੇ ਉਹਨਾਂ ਨੂੰ ਕੱਟਣ ਤੋਂ ਬਾਅਦ ਫਿਰ ਗੰਨਾ ਹੋ ਗਿਆ। ਗੰਨਾ ਮੈਂ ਇਸ ਸੀਜ਼ਨ ਦੇ ਵਿੱਚ ਕੱਟਿਆ ਸੀਗਾ ਤੇ ਝਾੜ ਵੀ ਅੱਛਾ ਆ ਗਿਆ। ਤੇ ਉਹ ਗੰਨਾ ਖਤਮ ਹੋਣ ਦੇ ਬਾਅਦ ਹੀ ਪਾਪੂਲਰ ਵੀ ਮੈਂ ਪਹਿਲਾਂ ਪਿਛਲੇ ਸਾਲ ਜਨਵਰੀ 'ਚ ਲਾਇਆ ਸੀਗਾ। ਤੇ ਗੰਨਾ ਖਤਮ ਹੋਣ ਤੋਂ ਕੱਟਣ ਤੋਂ ਬਾਅਦ ਫਿਰ ਇਹਦੇ ਵਿੱਚ ਮੇਰੇ ਕੋਈ ਫਸਲ ਨਹੀਂ ਸੀ ਆਉਂਦੀ। ਮੇਰਾ ਗੋਲਡਨ ਸੀਡ ਨਾਲ ਕੰਟੈਕਟ ਕੀਤਾ ਸੀ, ਗਾਜਰ ਦਾ ਸੀਡ ਦਾ, ਤੇ ਇਹਨੂੰ ਲਿਆ ਕੇ ਮੈਂ ਦੂਸਰੇ ਖੇਤ ਦੇ ਵਿੱਚ ਤਿਆਰ ਕਰਕੇ ਇਹਦੇ ਵਿੱਚ ਲਿਆ ਕੇ ਮੈਂ ਇਹਨੂੰ ਟਰਾਂਸਪਲਾਂਟ ਕਰਤਾ। ਟਰਾਂਸਪਲਾਂਟ ਕਰਨ 'ਤੇ ਮੇਰੇ ਕੋਲ ਗਾਜਰ ਦਾ ਵੀ ਤਿਆਰ ਹੋ ਜਾਊਗਾ, ਜਿਹਦਾ ਕਿ ਮੇਰਾ 11,000 ਰੁਪਏ ਕੁਇੰਟਲ ਦਾ ਰੇਟ ਆ ਗੋਲਡਨ ਸੀਡ ਨਾਲ। ਤੇ ਇੱਕ ਵਾਧੂ ਜੇ ਸਮੇਂ ਦੇ ਵਿੱਚ, ਨਹੀਂ ਤਾਂ ਇਹ ਖੇਤ ਖਾਲੀ ਰਹਿਣਾ ਸੀ ਮੇਰਾ, ਉਹਦੇ ਵਿੱਚ ਮੇਰਾ ਇਹ ਗਾਜਰ ਦਾ ਵੀ ਤਿਆਰ ਹੋ ਜਾਊਗਾ ਤੇ ਮੈਂ ਗੋਲਡਨ ਸੀਡ ਨੂੰ ਇਹਨੂੰ ਸਪਲਾਈ ਕਰਾਂਗੇ। ਖਾਸ ਗੱਲ ਇਹ ਹੈ ਕਿ ਉਹ ਆਪਣੇ ਖੇਤਾਂ ਵਿੱਚ ਗਾਜਰਾਂ ਸਮੇਤ ਦੂਜੀਆਂ ਸਬਜ਼ੀਆਂ ਦੀ ਸਿੰਚਾਈ ਡ੍ਰਿਪ ਸਿਸਟਮ ਨਾਲ ਕਰਦਾ ਹੈ। ਇਸ ਦੇ ਬਦਲੇ ਉਸ ਨੂੰ ਵਿਸ਼ਵ ਪਾਣੀ ਦਿਵਸ ਦੇ ਮੌਕੇ ਸੋਇਲ ਕੰਜ਼ਰਵੇਸ਼ਨ ਵਿਭਾਗ ਦੇਹਰਾਦੂਨ ਵੱਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਰਹਿਨੁਮਾਈ ਹੇਠ ਉਹ ਇੱਕ ਅਗਾਂਹਵਧੂ ਕਿਸਾਨ ਸਾਬਿਤ ਹੋਇਆ ਹੈ। ਪੀਏਯੂ ਨੇ ਆਪਣੇ ਸੰਨ 2014 ਦੇ ਕਿਸਾਨ ਮੇਲੇ ਵਿੱਚ ਰਾਜ ਦੇ 5 ਕਿਸਾਨਾਂ ਨੂੰ ਉੱਤਮ ਖੇਤੀਹਰ ਦੇ ਨਾਂ ਨਾਲ ਨਿਵਾਜਿਆ ਸੀ। ਇਹਨਾਂ 5 ਕਿਸਾਨਾਂ ਵਿੱਚ ਰਾਜਿੰਦਰ ਸਿੰਘ ਸਹੋਤਾ ਵੀ ਸ਼ਾਮਿਲ ਰਿਹਾ। ਜ਼ਿਲ੍ਹੇ ਦਾ ਖੇਤੀਬਾੜੀ ਵਿਭਾਗ ਉਸ ਨੂੰ ਬਲਾਕ ਪੱਧਰ ਤੇ ਸਨਮਾਨਿਤ ਕਰ ਚੁੱਕਾ ਹੈ। IRRC ਨੇ ਵੀ ਉਸ ਨੂੰ ਉੱਨਤ ਕਿਸਾਨ ਦੇ ਨਾਂ ਨਾਲ ਸਨਮਾਨਿਤ ਕੀਤਾ ਹੈ। 8 ਏਕੜ ਦਾ ਇਹ ਖੇਤ ਉਸ ਦੇ ਲਈ ਇੱਕ ਵਰਦਾਨ ਹੈ। ਇਸ ਖੇਤ ਨਾਲ ਲੱਗਦੀ ਧਾਗਾ ਫੈਕਟਰੀ ਨੂੰ ਆਪਣਾ ਫਿਲਟਰ ਕੀਤਾ ਤੇਜ਼ਾਬੀ ਪਾਣੀ ਸੁੱਟਣ ਲਈ 70 ਏਕੜ ਜਗ੍ਹਾ ਦੀ ਲੋੜ ਸੀ। ਇਸ ਦੇ ਲਈ ਮਿਲ ਮਾਲਕਾਂ ਨੇ ਸਹੋਤਾ ਦੇ ਨਾਲ ਰਾਬਤਾ ਕਾਇਮ ਕੀਤਾ। ਇਸ ਜਗ੍ਹਾ ਤੇ ਸਹੋਤਾ ਕੋਲ ਸਿਰਫ 8 ਏਕੜ ਜ਼ਮੀਨ ਹੀ ਸੀ, ਪਰ ਉਸਨੇ ਇਸ ਕੰਮ ਲਈ ਨਾਲ ਲੱਗਦੀ ਜ਼ਮੀਨ ਦੇ ਮਾਲਕਾਂ ਨੂੰ ਸਮਝਾ ਬੁਝਾ ਕੇ ਤਿਆਰ ਕਰ ਲਿਆ ਤੇ ਸਭ ਨੇ ਮਿਲ ਕੇ ਧਾਗਾ ਫੈਕਟਰੀ ਨਾਲ ਲਿਖਤ ਇਕਰਾਰ ਲਿਆ। ਲਿਖਤ ਅਨੁਸਾਰ ਧਾਗਾ ਮਿਲ ਕਿਸਾਨ ਦੇ ਇਸ ਗਰੁੱਪ ਨੂੰ 40,000 ਰੁਪਏ ਪ੍ਰਤੀ ਏਕੜ ਦਾ ਭੁਗਤਾਨ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ ਠੇਕੇ ਵਾਲੀ ਜ਼ਮੀਨ 'ਚ ਬੀਜੀਆਂ ਗਈਆਂ ਸਾਰੀਆਂ ਫਸਲਾਂ ਤੇ ਕਿਸਾਨਾਂ ਦਾ ਹੀ ਹੱਕ ਹੋਵੇਗਾ। ਸਹੋਤਾ ਨੇ ਆਪਣੀ 8 ਏਕੜ ਤੇ ਪਪੂਲਰ ਲਾ ਲਿਆ, ਜੋ ਹੁਣ ਤੀਜੇ ਸਾਲ ਵਿੱਚ ਹੈ। 5ਵੇਂ ਸਾਲ 'ਚ ਇਸ ਦੀ ਕਟਾਈ ਹੋਏਗੀ ਤੇ ਇਸ ਤੋਂ ਉਸ ਨੂੰ ਲੱਖਾਂ ਰੁਪਏ ਆਮਦਨ ਹੋਵੇਗੀ। ਸਹੋਤਾ ਆਪਣੇ ਇਸ ਖੇਤ ਵਿੱਚ ਪਪੂਲਰ ਦੇ ਨਾਲ ਕਣਕ, ਮੱਕੀ ਤੇ ਗੰਨੇ ਦੀ ਫਸਲ ਉਗਾ ਕੇ ਵਧੇਰੇ ਕਮਾਈ ਕਰਦਾ ਹੈ। ਪਪੂਲਰ ਦੀ ਬਿਜਾਈ ਲਈ ਵੀ ਉਸਨੇ ਨਵਾਂ ਤਰੀਕਾ ਇਜਾਦ ਕੀਤਾ ਹੋਇਆ ਹੈ। ਪਪੂਲਰ ਦੀ ਬਿਜਾਈ ਸਮੇਂ ਪੌਦੇ ਤੋਂ ਪੌਦੇ ਦੀ ਦੂਰੀ 8 ਫੁੱਟ ਤੇ ਲਾਈਨ ਤੋਂ ਲਾਈਨ ਦੀ ਦੂਰੀ 20 ਫੁੱਟ ਰੱਖੀ ਗਈ ਹੈ। ਇਸ ਦੌਰਾਨ ਫਸਲਾਂ ਨੂੰ ਪਾਣੀ ਦੇਣ ਲਈ ਖਾਲ ਪਪੂਲਰ ਦੀ ਜੜ ਵਿੱਚ ਨਾ ਬਣਾ ਕੇ 20 ਫੁੱਟ ਦੇ ਵਿਚਕਾਰ 10 ਫੁੱਟ ਤੇ ਪਾਈ ਗਈ ਹੈ। ਅਜਿਹਾ ਕਰਨ ਨਾਲ ਨਾ ਤਾਂ ਬੂਟਾ ਡਿੱਗਦਾ ਹੈ ਤੇ ਨਾ ਹੀ ਦੂਜੀਆਂ ਫਸਲਾਂ ਲਈ ਸਾਫ਼ ਸਫਾਈ ਤੇ ਗੁਡਾਈ ਕਰਨ ਸਮੇਂ ਕੋਈ ਅੜਚਨ ਆਉਂਦੀ ਹੈ। ਪਪੂਲਰ ਦੀਆਂ ਲਾਈਨਾਂ ਦੇ ਵਿਚਕਾਰ ਬੀਜੀ ਗਈ ਕਣਕ ਤੋਂ ਉਸ ਨੂੰ ਪ੍ਰਤੀ ਏਕੜ 20 ਤੋਂ 22 ਕੁਇੰਟਲ ਦਾ ਝਾੜ ਮਿਲਦਾ ਰਿਹਾ ਹੈ। ਨਾਲ ਦੇ ਕਿਸਾਨ ਵੀ ਦੇਖਾ ਦੇਖੀ ਇਸ ਤਰ੍ਹਾਂ ਹੀ ਕਰ ਰਹੇ ਹਨ। ਹੁਣ ਇਸ 5 ਏਕੜ ਖੇਤ ਨੂੰ ਹੀ ਵੇਖ ਲਓ। ਇਸ ਖੇਤ ਵਿੱਚੋਂ ਉਸਨੇ ਪਹਿਲਾਂ ਆਲੂਆਂ ਦੀ ਫਸਲ ਲਈ ਸੀ ਤੇ ਹੁਣ ਭਿੰਡੀ ਬੀਜੀ ਹੋਈ ਹੈ, ਜਦੋਂ ਕਿ ਨਾਲੀਆਂ ਵਿੱਚ ਗੰਨੇ ਦੀ ਬਿਜਾਈ ਕੀਤੀ ਗਈ ਹੈ। ਸਹੋਤਾ ਮੁੱਖ ਰੂਪ ਵਿੱਚ ਗੰਨੇ ਦਾ ਬੀਜ ਉਤਪਾਦਕ ਹੈ। ਉਸਨੇ ਕੋਇੰਬਟੂਰ ਤੋਂ 4 ਕਿਸਮ ਦਾ ਗੰਨਾ ਲਿਆ ਕੇ ਆਪਣੇ ਖੇਤ ਵਿੱਚ ਬੀਜਿਆ ਹੋਇਆ ਹੈ। ਕਹਿੰਦਾ ਹੈ ਕਿ ਕਿਸਾਨਾਂ ਨੂੰ ਉਸਦੇ ਦੁਆਰਾ ਤਿਆਰ ਗੰਨੇ ਦੇ ਬੀਜ ਤੇ ਪੂਰਾ ਭਰੋਸਾ ਹੈ। ਕਿਸਾਨ ਅੱਖਾਂ ਬੰਦ ਕਰਕੇ ਉਸ ਤੋਂ ਬੀਜ ਖਰੀਦ ਕੇ ਲੈ ਜਾਂਦੇ ਹਨ। ਖੇਤੀਬਾੜੀ ਵਿਭਾਗ ਪੰਜਾਬ ਦੇ ਆਲਾ ਅਫਸਰ ਸਮੇਂ-ਸਮੇਂ ਤੇ ਸਹੋਤਾ ਦੇ ਖੇਤਾਂ ਵਿੱਚ ਪਹੁੰਚ ਕੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ। ਇਸ ਇਲਾਕੇ ਜਿਹੜਾ ਮਾਛੀਵਾੜਾ ਦਾ ਇਲਾਕਾ ਹੈ, ਇਹਦੇ ਵਿੱਚ ਇਹਨਾਂ ਨੇ ਬੜੇ ਸਿਰਕੱਢੂ ਗਾਂਹਵਧੂ ਕਿਸਾਨ ਨੇ ਔਰ ਮੈਂ ਸਮਝਦਾ ਕਿ ਇਹਨਾਂ ਨੇ ਸ਼ੁਰੂਆਤ ਕੀਤੀ ਔਰ ਇਹਨਾਂ ਨੇ ਵਨਸਵੰਤੀ ਜਿਹੜੀ ਖੇਤੀ ਦੇ ਵਿੱਚ ਲਿਆਂਦੀ ਹੈ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਜੇ ਆਪਾਂ ਸੋਚੀਏ ਵੀ ਇਹ ਇਕੱਲੀ ਕਮਾਦ ਦੇ ਉੱਤੋਂ ਹੀ ਸਾਨੂੰ ਜ਼ਿਆਦਾ ਫਾਇਦਾ ਹੋ ਸਕਦਾ, ਮੈਂ ਇਸ ਨਾਲ ਸਹਿਮਤ ਨਹੀਂ, ਕਿਉਂਕਿ ਜੇਕਰ ਆਪਾਂ ਇਕੱਲੀ ਫਸਲ ਕਮਾਦ ਹੀ ਲਵਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਫਾਇਦਾ ਹੋਣ ਵਾਲਾ ਨਹੀਂ। ਸੋ ਉਸ ਟਾਈਮ ਦੇ ਉੱਤੋਂ ਹੀ ਅਸੀਂ ਤਾਲਮੇਲ ਕਰਕੇ ਇਹ ਜਿਹੜੀ ਅੰਤਰ ਫਸਲਾਂ ਦੀ ਬਿਜਾਈ ਸ਼ੁਰੂ ਕੀਤੀ। ਜਿਸ ਤਰ੍ਹਾਂ ਆਪਾਂ ਹੁਣ ਖੇਤ ਦੇ ਵਿੱਚ ਖੜ੍ਹੇ ਹਾਂ, ਇਸ ਖੇਤ ਦੇ ਵਿੱਚ ਇਹਨਾਂ ਨੇ
ਆਲੂਆਂ ਤੋਂ ਬਾਅਦ ਕਮਾਦ ਬੀਜ ਕੇ ਉਸ ਤੋਂ ਬਾਅਦ ਇਹਨਾਂ ਨੇ ਵਿੱਚ ਜਿਹੜੀ ਹੈਗੀ ਆ ਆਪਣੀ ਭਿੰਡੀ ਇਹ ਲਗਾਈ ਹੈ। ਔਰ ਇਸੇ ਤਰ੍ਹਾਂ ਹੀ ਇਹਨਾਂ ਨੇ ਆਪਣੇ ਦੂਸਰੇ ਪਾਸੇ ਵੀ ਇਸ ਅਲੱਗ-ਅਲੱਗ ਫਸਲਾਂ ਜਿਹੜੀਆਂ ਲਗਾਈਆਂ ਹੋਈਆਂ ਨੇ। ਔਰ ਮੈਂ ਸਮਝਦਾ ਹਾਂ ਕਿ ਇਹ ਇੱਕ ਇਸ ਏਰੀਏ ਦੇ ਰੋਲ ਮਾਡਲ ਨੇ ਔਰ ਇਹਨਾਂ ਨੂੰ ਹੁਣ ਆ ਜਿਹੜੀ ਆ ਭਿੰਡੀ ਤੋਂ ਕਾਫੀ ਆਮਦਨ ਹੋਣ ਦੀ ਸੰਭਾਵਨਾ ਹੈ। ਔਰ ਇਹਨਾਂ ਨੇ ਬਿਲਕੁਲ ਹੀ ਜੋ ਸਾਡੀਆਂ ਸਿਫਾਰਸ਼ਾਂ ਨੇ ਉਸ ਨੂੰ ਅਪਣਾਇਆ ਹੋਇਆ। ਔਰ ਇੱਕ ਮੈਂ ਸਮਝਦਾ ਕਿ ਇਹਨਾਂ ਨੂੰ ਗੰਨੇ ਦੇ ਝਾੜ ਵੀ ਪੂਰਾ ਇਹ ਲੈ ਰਹੇ ਨੇ ਔਰ ਇਸ ਦੇ ਨਾਲ ਜਿਹੜੀ ਇਹ ਵਾਧੂ ਆਮਦਨ ਜਿਹੜੀ ਆ ਅੰਤਰ ਫਸਲਾਂ ਬੀਜ ਕੇ ਲੈ ਰਹੇ ਹੈ। ਇਹ ਹਰ ਇੱਕ ਕਿਸਾਨ ਨੂੰ ਜਿੱਥੇ ਕਮਾਦ ਲਾਉਣਾ ਹੈ ਉਹਦੇ ਵਿੱਚ ਅੰਤਰ ਫਸਲਾਂ ਹਰ ਹਾਲਤ ਦੇ ਵਿੱਚ ਬੀਜਣੀਆਂ ਪੈਣਗੀਆਂ, ਤਦ ਹੀ ਅਸੀਂ ਆਪਾਂ ਖੇਤੀ ਨੂੰ ਲਾਹੇਵੰਦ ਬਣਾ ਸਕਦੇ। ਇਹ ਬਹੁਤ ਹੀ ਅਗਾਂਹਵਧੂ ਕਿਸਾਨ ਹੈ ਔਰ ਲਾਗਲੇ ਜ਼ਿਮੀਂਦਾਰ ਜਿਹੜੇ ਆ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋ ਰਹੇ ਨੇ। ਔਰ ਅਸੀਂ ਆਤਮਾ ਦੇ ਵਿੱਚ ਔਰ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਇੱਥੇ ਜਿਹੜਾ ਫਾਰਮ ਫੀਲਡ ਸਕੂਲ ਵੀ ਲਗਾਇਆ ਹੈ ਇਹਨਾਂ ਦੇ ਖੇਤ ਦੇ ਵਿੱਚ। ਔਰ ਉਸ ਸਕੂਲ ਦਾ ਮੰਤਵ ਇਹ ਹੈ ਕਿ ਇਹਨਾਂ ਨੂੰ ਐਜ ਏ ਰਿਸੋਰਸ ਪਰਸਨ ਜਿਹੜਾ ਉਹ ਅਸੀਂ ਵਰਤ ਰਹੇ ਹਾਂ। ਔਰ ਉੱਥੇ 30 ਫਾਰਮਰ ਜਿਹੜੇ ਆ ਉਹਨਾਂ ਨੂੰ ਅਸੀਂ ਟ੍ਰੇਨਿੰਗ ਜਿਹੜੀ ਉਹ ਦੇ ਰਹੇ ਹਾਂ। ਇਸ ਦੇ ਨਾਲ ਹੀ ਜ਼ਿਲ੍ਹੇ ਭਰ ਦੇ ਉੱਤੋਂ ਹੋਰ ਕਿਸਾਨ ਜਿਹੜੇ ਉਹਨਾਂ ਦੀ ਅਸੀਂ ਇਸ ਫਾਰਮ ਦੇ ਉੱਤੇ ਐਕਸਪੋਜਰ ਵਿਜ਼ਿਟ ਵੀ ਕਰਾ ਰਹੇ ਹਾਂ, ਤਾਂ ਕਿ ਜ਼ਿਮੀਂਦਾਰ ਜਦੋਂ ਇੱਕ ਦੂਜੇ ਦੇ ਖੇਤ ਦੇ ਵਿੱਚ ਦੇਖਦਾ ਹੈ ਕੋਈ ਸਫਲ ਕਹਾਣੀ ਦੇਖ ਕੇ ਤੇ ਫਿਰ ਆਪਣੇ ਖੇਤ ਦੇ ਵਿੱਚ ਅਪਣਾਉਂਦਾ ਹੈ, ਉਸ ਦੇ ਨਾਲ ਇਹ ਜਿਹੜਾ ਇਹ ਕਾਫੀ ਫਾਇਦਾ ਹੋ ਰਿਹਾ।